एक लुੱਟ ਦੀ ਵਾਰਦਾਤ ਸਾਹਮਣੇ ਆਈ ਹੈ। ਇਸ ਨੂੰ ਫਿਲਮੀ ਅੰਦਾਜ਼ ਵਾਲੀ ਵਾਰਦਾਤ ਦੱਸਾਂਗੇ ਤਾਂ ਇਹ ਵੀ ਗਲਤ ਨਹੀਂ ਹੋਵੇਗਾ। ਦਰਅਸਲ ਮਾਮਲਾ ਜੁੜਿਆ ਹੈ 10 ਕਿਲੋ ਦੀਆਂ ਸੋਨੇ ਦੀਆਂ ਪਲੇਟਾਂ ਨੂੰ ਲੁੱਟਣ ਦਾ, ਜਿਸ ਦੇ ਬਾਰੇ ਪਰਚਾ ਵੀ ਦਰਜ ਹੋ ਗਿਆ। ਪਰ ਇਹ ਲੁੱਟਣ ਵਾਲੇ ਕੌਣ ਸਨ? ਸੁਨਿਆਰਾ ਪੰਜਾਬ ਦਾ, ਪਰ ਦਿੱਲੀ ਦੇ ਵਿੱਚ ਫਿਲਮੀ ਢੰਗ ਦੇ ਨਾਲ ਇਹ ਲੁੱਟ ਦਾ ਕਹਾਣੀ ਘੜੀ ਗਈ। ਕਿਵੇਂ ਦੱਸਿਆ ਗਿਆ ਫੋਨ ਕਾਲ ਦੇ ਜ਼ਰੀਏ ਸੁਨਿਆਰੇ ਨੂੰ ਕਿ ਜਿਹੜੀਆਂ 10 ਕਿਲੋ ਦੀਆਂ ਸੋਨੇ ਦੀਆਂ ਪਲੇਟਾਂ ਸੀ ਉਸ ਨੂੰ ਲੈ ਕੇ ਸਾਨੂੰ ਰਸਤੇ ਦੇ ਵਿੱਚ GST ਅਧਿਕਾਰੀ ਮਿਲੇ ਨੇ। ਉਹ ਸਾਡੇ ਤੋਂ ਬਿੱਲ ਮੰਗ ਰਹੇ ਨੇ ਕਿ ਤੁਸੀਂ ਕਿੰਨਾ GST ਭਰਿਆ ਤੇ ਕਿੰਨਾ ਨਹੀਂ ਭਰਿਆ। ਜਦੋਂ ਸੁਨਿਆਰੇ ਨੇ ਇਸ ਗੱਲ ਦਾ ਭਰੋਸਾ ਦਿੱਤਾ ਕਿ ਉਹ ਬਿੱਲ ਲੈ ਕੇ ਪਹੁੰਚ ਜਾਣਗੇ, ਕੋਈ ਦਿੱਕਤ ਨਹੀਂ ਹੈ, ਸਾਰੇ ਬਿੱਲ ਭਰੇ ਹੋਏ ਨੇ। ਪਰ ਉਸ ਤੋਂ ਬਾਅਦ ਪਤਾ ਲੱਗਿਆ ਕਿ ਜਿਹੜੇ ਉਸਦੇ ਕੰਮ ਕਰਨ ਵਾਲੇ ਕਰਮਚਾਰੀ ਸੀ ਤੇ ਉਸਦੇ ਨਾਲ ਇੱਕ ਹੋਰ ਸਾਥੀ ਗਿਆ ਸੀ ਸੋਨਾ ਲੈਣ ਦੇ ਲਈ ਦਿੱਲੀ ਤੋਂ, ਉਹ ਹੀ ਸ਼ੱਕੀ ਨਿਕਲੇ। ਉਹਨਾਂ ਨੇ ਹੀ ਸਾਰੀ ਫਿਲਮੀ ਕਹਾਣੀ ਹੈ ਜਿਹੜੀ ਘੜੀ ਸੀ। ਉਹਨਾਂ ਨੇ ਕਿਹਾ ਸੀ ਕਿ GST ਅਧਿਕਾਰੀ ਸਾਨੂੰ ਮਿਲੇ ਨੇ। ਜਦੋਂ ਸੁਨਿਆਰਾ ਉੱਥੇ ਆਪਣੇ ਕਾਰੋਬਾਰ ਨਾਲ ਸੰਬੰਧਿਤ GST ਦੇ ਬਿੱਲ ਲੈ ਕੇ ਪੁੱਜਿਆ ਤਾਂ ਉਸਨੇ ਦੇਖਿਆ ਕਿ ਫੋਨ ਹੀ ਨਹੀਂ ਮਿਲ ਰਿਹਾ। ਜਿਨ੍ਹਾਂ ਨੇ ਮੇਰੇ ਹੀ ਜਿਹੜੇ ਬੰਦੇ ਸੀ ਸੋਨਾ ਲੈਣ ਆਏ ਸੀ ਉਹਨਾਂ ਨੂੰ ਮੈਂ ਫੋਨ ਕਾਲ ਕਰਾਂ, ਫੋਨ ਨਹੀਂ ਮਿਲਿਆ, ਫੋਨ ਬੰਦ ਆ ਰਿਹਾ ਸੀ, ਸੰਪਰਕ ਤੋਂ ਬਾਹਰ ਆ ਰਹੀ ਸੀ। ਉਸ ਤੋਂ ਬਾਅਦ ਉਸਨੂੰ ਸ਼ੱਕ ਹੋਇਆ ਤੇ ਫਿਰ ਉਹ GST ਕੌਂਸਲ ਦੇ ਦਫ਼ਤਰ ਜਾਂਦਾ। GST ਜਿਹੜੇ ਅਧਿਕਾਰੀ ਨੇ ਉਹਨਾਂ ਨੂੰ ਮਿਲਦਾ ਹੈ, ਉਹਨਾਂ ਨੂੰ ਕਹਿੰਦਾ ਕਿ ਮੈਨੂੰ ਇਸ ਫੋਨ ਦੇ ਉੱਤੇ ਕਾਲ ਆਈ ਸੀ, WhatsApp ਕਾਲ ਦੇ ਜ਼ਰੀਏ ਮੈਨੂੰ ਇਹ ਜਾਣਕਾਰੀ ਦਿੱਤੀ ਗਈ ਔਰ ਇਹ ਦੇਖੋ ਮੇਰੇ ਕੋਲ ਬਿੱਲ ਨੇ ਤਾਂ ਉਹ ਸੋਨਾ ਕਿੱਥੇ ਹੈ। ਤਾਂ ਅੱਗੋਂ GST ਅਧਿਕਾਰੀਆਂ ਨੇ ਜਿਹੜਾ ਜਵਾਬ ਦਿੱਤਾ ਉਸ ਦੇ ਨਾਲ ਸੁਨਿਆਰਾ ਹੈਰਾਨ ਰਹਿ ਗਿਆ। ਉਸਦੇ ਪੈਰਾਂ ਥੱਲੋਂ ਜ਼ਮੀਨ ਖਿਸਕ ਗਈ ਕਿ 10 ਕਿਲੋ ਸੋਨੇ ਦੀ ਲੁੱਟ ਠੱਗੀ ਮੇਰੇ ਨਾਲ ਵੱਜੀ ਹੈ। ਤਾਂ GST ਅਧਿਕਾਰੀਆਂ ਨੇ ਜਵਾਬ ਇਹ ਦਿੱਤਾ ਕਿ ਉਹਨਾਂ ਨੂੰ ਇਸ ਤਰ੍ਹਾਂ ਦੇ ਸੋਨੇ ਦੀ ਕਿਸੇ ਵੀ ਤਰ੍ਹਾਂ ਦੀ ਕੋਈ ਬਿੱਲਾਂ ਨੂੰ ਲੈ ਕੇ ਜਾਂ ਹੋਰ ਜਾਣਕਾਰੀ ਹੀ ਨਹੀਂ ਹੈ, ਉਸ ਦੇ ਨਾਲ ਫਰਾਡ ਹੋਇਆ। ਤਾਂ ਇਹ ਫਰਾਡ ਕੌਣ ਸੀ ਕਰਨ ਵਾਲੇ? ਉਸ ਦੀ ਹੀ ਦੁਕਾਨ ਦੇ ਉੱਤੇ ਕੰਮ ਕਰਨ ਵਾਲਾ ਇੱਕ ਡਰਾਈਵਰ ਤੇ ਉਸ ਦਾ ਇੱਕ ਹੋਰ ਸਾਥੀ। ਫਿਰ ਜਦੋਂ ਉਸਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਤਾਂ ਫਿਰ ਪਰਦੇ ਹੋਰ ਖੁੱਲਣ ਲੱਗੇ। ਸਾਰੀ ਕਹਾਣੀ ਆ ਜਿਹੜੀ ਸਾਹਮਣੇ ਆਈ ਹੈ, ਦਰਅਸਲ ਮਾਮਲਾ ਜੁੜਿਆ ਹੈ ਖੰਨਾ ਦੇ ਇੱਕ ਸੁਨਿਆਰੇ ਦੇ ਨਾਲ, ਜਿਹੜਾ ਲੁਧਿਆਣਾ ਦੇ ਨਾਲ ਸੰਬੰਧ ਰੱਖਣ ਵਾਲਾ ਜਿਹੜਾ ਸੁਨਿਆਰਾ ਸੀ। ਤਾਂ ਦਿੱਲੀ ਪੁਲਿਸ ਦੇ ਕੋਲ ਵੀ ਇਸ ਦੀ ਸ਼ਿਕਾਇਤ ਉੱਥੇ ਦਰਜ ਕਰਵਾਈ ਗਈ ਤੇ ਉਹਨਾਂ ਤੇ ਮਾਮਲਾ ਜਿਹੜਾ ਦਰਜ ਕੀਤਾ ਗਿਆ। ਦਰਅਸਲ ਇਹ ਜਿਹੜਾ ਮਾਮਲਾ ਹੈ ਰਵਿੰਦਰ ਕੁਮਾਰ ਪੁੱਤਰ ਜਗਜੀਸ਼ ਚੰਦ ਵਾਸੀ ਨਿਊ ਸੁਭਾਸ਼ ਨਗਰ HBM ਕਨਵੈਂਟ ਸਕੂਲ ਲੁਧਿਆਣਾ ਦੀ ਸ਼ਿਕਾਇਤ ਤੇ ਦਰਜ ਕਰਵਾਇਆ ਗਿਆ। 15 ਜੁਲਾਈ ਨੂੰ ਰਾਣੀ ਬਾਗ ਥਾਣਾ ਦਿੱਲੀ ਦੇ ਵਿੱਚ ਮੁਕੱਦਮਾ ਨੰਬਰ 580 ਦਰਜ ਹੁੰਦਾ ਹੈ। ਧਾਰਾ 419 420 34 ਦੇ ਅਧੀਨ ਦਰਜ ਕੀਤਾ ਗਿਆ। ਬਲਰਾਜ ਸਿੰਘ ਤੇ ਰਾਜਨ ਬਾਵਾ ਵਾਸੀ ਖਟੀਕਾਂ ਚੌਕ ਖੰਨਾ ਦੇ ਖਿਲਾਫ ਇਹ ਮਾਮਲਾ ਦਰਜ ਹੁੰਦਾ ਹੈ। ਲੁਧਿਆਣਾ ਵਿੱਚ ਉਹਨਾਂ ਦੀ ਨਲਕੇ ਵਾਲੀ ਗਲੀ ਵਿੱਚ RN ਜਵੈਲਰਸ ਨਾਮ ਦੀ ਦੁਕਾਨ ਹੈ। ਬਲਰਾਜ ਸਿੰਘ ਬਤੌਰ ਡਰਾਈਵਰ ਉਸ ਕੋਲ ਕੰਮ ਕਰਦਾ ਸੀ। ਰਾਜਨ ਬਾਵਾ ਉਸ ਦਾ ਮੁਲਾਜ਼ਮ ਸੀ। 10 ਜੁਲਾਈ ਨੂੰ ਰਾਜਨ ਬਾਵਾ ਨੂੰ ਬਲਰਾਜ ਸਿੰਘ ਨੇ ਦੇ ਨਾਲ ਦਿੱਲੀ ਤੋਂ ਸੋਨਾ ਲੈਣ ਦੇ ਲਈ ਭੇਜ ਦਿੱਤਾ ਸੀ। 10 ਜੁਲਾਈ ਨੂੰ ਰਾਤ ਕਰੀਬ 9 ਵਜੇ ਦੇ ਦੋਵੇਂ ਮੁਲਜ਼ਮ SR ਐਂਟਰਪ੍ਰਾਈਜ਼ ਕਰੋਲ ਬਾਗ ਨਵੀਂ ਦਿੱਲੀ ਤੋਂ 10 ਕਿਲੋ ਸੋਨੇ ਦੀਆਂ ਪਲੇਟਾਂ ਲੈਣ ਮਗਰੋਂ ਲੁਧਿਆਣਾ ਆਉਣ ਲੱਗੇ ਤਾਂ ਉਹਨਾਂ ਨੇ ਇਸ ਗੱਲ ਦਾ ਜ਼ਿਕਰ ਵੀ ਕੀਤਾ, ਸੁਨਿਆਰੇ ਨੂੰ ਜਾਣਕਾਰੀ ਦੇ ਦਿੱਤੀ ਕਿ ਹਰ ਪਲੇਟ ਦਾ ਭਾਰ 1 ਕਿਲੋ ਹੈ। ਸੋਨੇ ਦੀਆਂ 10 ਪਲੇਟਾਂ ਲੈਣ ਤੋਂ ਬਾਅਦ ਫੋਨ ਤੇ ਉਹਨਾਂ ਨੇ ਇਸ ਗੱਲ ਦੀ ਜਾਣਕਾਰੀ ਸੁਨਿਆਰੇ ਨੂੰ ਦੇ ਦਿੱਤੀ। ਥੋੜੀ ਦੇਰ ਬਾਅਦ ਫਿਰ ਰਾਜਨ ਬਾਵਾ ਨੇ ਫੋਨ ਕਰਕੇ ਦੱਸਿਆ ਸੁਨਿਆਰੇ ਨੂੰ ਕਿ ਸੋਨੇ ਦੀਆਂ ਪਲੇਟਾਂ ਲੈ ਕੇ ਆ ਰਹੇ ਨੇ। ਇਸੇ ਦੇ ਦੌਰਾਨ ਉਹ ਦਿੱਲੀ ਦੇ ਰਾਣੀ ਬਾਗ ਨੇੜੇ ਹਰਿਆਣਾ ਮਾਇਤਰੀ ਭਵਨ ਵਿਖੇ ਹੱਲੇ ਪੁੱਜੇ ਸੀ ਤੇ ਉਹਨਾਂ ਨੂੰ ਦੁਬਾਰਾ ਫਿਰ ਫੋਨ ਆਉਂਦਾ ਹੈ। ਰਾਜਨ ਬਾਵਾ ਨੇ ਦੱਸਿਆ ਕਿ ਇੱਕ I-20 ਕਾਰ ਉਸ ਦਾ ਪਿੱਛਾ ਕਰ ਰਹੀ ਹੈ, ਜਿਸ ਨੇ ਉਹਨਾਂ ਨੂੰ ਘੇਰ ਲਿਆ। ਕਾਰ 'ਚੋਂ 2 ਵਿਅਕਤੀ ਉਤਰੇ ਨੇ, ਜਿਨ੍ਹਾਂ 'ਚੋਂ ਇੱਕ ਖੁਦ ਨੂੰ ਸੈਂਟਰਲ GST ਦਾ ਇੰਸਪੈਕਟਰ ਸਤਵੀਰ ਸਿੰਘ ਤੇ ਦੂਜਾ ਰਵੀ ਕੁਮਾਰ ਦੱਸ ਰਿਹਾ। ਤਾਂ ਇਸੇ ਤਰ੍ਹਾਂ ਹੀ ਉਹਨਾਂ ਨੇ ਹੋਰ ਜਾਣਕਾਰੀ ਦਿੱਤੀ ਕਿ ਕਾਰ ਵਿੱਚ 3 ਹੋਰ ਵਿਅਕਤੀ ਵੀ ਬੈਠੇ ਨੇ। ਇਹ ਲੋਕ ਸੋਨੇ ਦੀਆਂ ਦੇ ਜਿਹੜੇ ਬਿੱਲ ਮੰਗ ਰਹੇ ਨੇ। ਜਦੋਂ ਉਸਨੇ ਰਾਜਨ ਬਾਵਾ ਦੇ ਫੋਨ ਤੇ WhatsApp ਕਾਲ ਰਾਹੀਂ ਗੱਲ ਕੀਤੀ ਤਾਂ ਆਪਣੇ ਆਪ ਨੂੰ GST ਅਫਸਰ ਦੱਸਣ ਵਾਲਿਆਂ ਦੇ ਬਿੱਲ ਮੰਗੇ। ਉਸਨੇ ਅਧਿਕਾਰੀਆਂ ਨੂੰ ਕਿਹਾ ਕਿ ਕੋਈ ਦਿੱਕਤ ਨਹੀਂ ਹੈ, ਉਸ ਕੋਲ ਬਿੱਲ ਸਾਰੇ ਨੇ। ਬਿੱਲ ਉਹ ਅਗਲੇ ਦਿਨ ਲੈ ਕੇ ਦਫ਼ਤਰ ਵਿੱਚ ਹੀ ਲਿਆਉਣ ਲਈ ਕਿਹਾ ਗਿਆ। 11 ਜੁਲਾਈ ਨੂੰ ਉਹ ਬਿੱਲ ਲੈ ਕੇ ਦਿੱਲੀ ਚਲਿਆ ਗਿਆ ਸੁਨਿਆਰਾ ਤੇ ਉਸ ਦਿਨ ਤੋਂ ਰਾਜਨ ਬਾਵਾ ਉਸਦੇ ਸੰਪਰਕ ਵਿੱਚ ਹੀ ਨਹੀਂ ਰਿਹਾ। ਆਪਣੇ ਪੱਧਰ ਤੇ ਉਸ ਸੰਬੰਧਿਤ GST ਦਫ਼ਤਰ ਗਏ, ਉਹਨਾਂ ਨੂੰ ਉੱਥੋਂ ਪਤਾ ਲੱਗਿਆ ਕਿ ਵਿਭਾਗ ਨੂੰ ਸੋਨੇ ਬਾਰੇ ਕੋਈ ਜਾਣਕਾਰੀ ਹੀ ਨਹੀਂ ਹੈ। ਇਸ ਤੋਂ ਬਾਅਦ ਉਸਨੂੰ ਸਾਰੀ ਦਾਲ ਹੀ ਕਾਲੀ ਜਾਪਣ ਲੱਗੀ, ਜਿਸ ਕਰਕੇ ਰਾਜਨ ਬਾਵਾ ਤੇ ਉਸਦੇ ਸੰਪਰਕ ਤੋਂ ਬਾਹਰ ਰਹਿਣ ਕਰਕੇ ਸ਼ੱਕ ਹੋਰ ਵੀ ਵੱਧ ਗਿਆ। ਉਸਨੇ ਥਾਣੇ ਜਾ ਕੇ ਸ਼ਿਕਾਇਤ ਆ ਜਿਹੜੀ ਦਰਜ ਕਰਵਾ ਦਿੱਤੀ। ਫਤਿਹਗੜ੍ਹ ਸਾਹਿਬ, ਖੰਨਾ ਤੇ ਲੁਧਿਆਣਾ ਵਿੱਚ ਛਾਪੇਮਾਰੀ ਕੀਤੀ ਗਈ ਉਸ ਦੀ ਗ੍ਰਿਫਤਾਰੀ ਲਈ। ਦਿੱਲੀ ਪੁਲਿਸ ਨੇ ਇਸ ਮਾਮਲੇ ਵਿੱਚ ਪੰਜਾਬ ਦੇ ਫਤਿਹਗੜ੍ਹ ਸਾਹਿਬ, ਖੰਨਾ, ਲੁਧਿਆਣਾ ਵਿੱਚ ਛਾਪੇਮਾਰੀ ਕੀਤੀ। ਕਥਿਤ ਦੋਸ਼ੀ ਸੁਸ਼ੀਲ ਕੁਮਾਰ ਉਰਫ ਟੋਪੀ ਪੁੱਤਰ ਰਾਜ ਕੁਮਾਰ ਵਾਸੀ ਮਕਾਨ ਨੰਬਰ 1251 440 ਈਸ਼ਰ ਨਗਰ ਗਲੀ ਨੰਬਰ 2 C ਬਲਾਕ ਲੁਧਿਆਣਾ ਨੂੰ ਜੱਗੀ ਰਿਜ਼ੋਰਟ ਸਰਹੰਦ ਫਤਿਹਗੜ੍ਹ ਸਾਹਿਬ ਤੋਂ ਕਾਬੂ ਕੀਤਾ ਗਿਆ।
ਹੁਣ ਜਿਹੜਾ ਸੁਸ਼ੀਲ ਕੁਮਾਰ ਹੈ ਟੋਪੀ ਹੈ, ਇਹ ਜਿਹੜਾ ਕਿੱਥੋਂ ਆ ਗਿਆ, ਇਹ ਨਾਮ ਕਿਵੇਂ ਆ ਗਿਆ? ਦਰਅਸਲ ਇਹੀ ਇਸ ਕੇਸ ਦਾ ਮਾਸਟਰਮਾइंड ਦੱਸਿਆ ਗਿਆ, ਜਿਸ ਨੂੰ ਮਾਣਯੋਗ ਅਦਾਲਤ ਰਾਜਕੋਟ ਦੇ ਵਿੱਚ ਦਿੱਲੀ ਵਿੱਚ ਪੇਸ਼ ਕਰਕੇ 3 ਦਿਨਾਂ ਦਾ ਰਿਮਾਂਡ ਹਾਸਲ ਕਰ ਲਿਆ ਗਿਆ। ਸੁਸ਼ੀਲ ਕੁਮਾਰ ਨੂੰ ਇਸ ਕਾਂਡ ਦਾ ਮਾਸਟਰਮਾइंड ਦੱਸਿਆ ਗਿਆ। ਸ਼ਿਕਾਇਤਕਰਤਾ ਰਵਿੰਦਰ ਕੁਮਾਰ ਅਨੁਸਾਰ ਇਸ ਮਾਮਲੇ 'ਚ ਸੁਸ਼ੀਲ ਕੁਮਾਰ ਦੇ ਨਾਲ ਇੰਟਰਨੈਸ਼ਨਲ ਐਂਟੀ ਖਾਲਿਸਤਾਨੀ ਟੈਰਰਿਸਟ ਫਰੰਟ ਦਾ ਕੌਮੀ ਚੇਅਰਮੈਨ ਕਸ਼ਮੀਰ ਗਿਰੀ ਵੀ ਮਾਸਟਰਮਾइंड ਹੈ। ਇਹ ਰਵਿੰਦਰ ਕੁਮਾਰ ਨੇ ਸ਼ਿਕਾਇਤ ਵਿੱਚ ਵੀ ਦਰਜ ਗੱਲ ਕਰਾਈ ਹੈ। ਇਸ ਘੁਟਾਲੇ ਦੀ ਸਾਰੀ ਸਾਜ਼ਿਸ਼ ਕਸ਼ਮੀਰ ਗਿਰੀ ਦੇ ਘਰ ਰਚੀ ਗਈ ਸੀ। ਕਸ਼ਮੀਰ ਗਿਰੀ ਦੇ ਘਰ ਲਗਾਤਾਰ 15 ਦਿਨਾਂ ਤੋਂ ਮੀਟਿੰਗਾਂ ਚੱਲ ਰਹੀਆਂ ਸਨ। ਸੁਸ਼ੀਲ ਖੰਨਾ ਇੱਥੇ ਆਉਂਦਾ ਜਾਂਦਾ ਰਿਹਾ ਹੈ। ਸੁਸ਼ੀਲ ਟੋਪੀ ਜਿਹੜਾ ਹੈ ਸ਼ਖਸ ਜਿਹੜਾ ਮੁਲਜ਼ਮ ਹੈ ਇਸ ਕੇਸ ਦੇ ਵਿੱਚ ਮਾਸਟਰਮਾइंड ਹੈ, ਉਸ ਦੇ ਖਿਲਾਫ 18 ਕੇਸ ਪਹਿਲਾਂ ਤੋਂ ਹੀ ਦਰਜ ਨੇ। FIR ਨੰਬਰ 82 14 ਨਵੰਬਰ 2006 ਨੂੰ IPC ਦੀ ਧਾਰਾ 386 387 467 468 471 ਤੇ 34 ਥਾਣਾ ਕੋਤਵਾਲੀ ਲੁਧਿਆਣਾ ਦੇ ਵਿੱਚ ਦਰਜ ਹੈ। ਇਸੇ ਤਰ੍ਹਾਂ ਸਾਰੀਆਂ FIRs ਦੇ ਵੇਰਵੇ ਜਿਹੜੇ ਦੱਸੇ ਗਏ ਨੇ 18 ਜਿਹੜੇ FIR ਮੁਕੱਦਮੇ ਨੇ ਉਸ ਦੇ ਖਿਲਾਫ ਨੇ ਸੁਸ਼ੀਲ ਕੁਮਾਰ ਟੋਪੀ ਦੇ। ਇੰਨੇ ਕੇਸ ਦਰਜ ਕਰਨ ਤੋਂ ਬਾਅਦ ਵੀ ਉਸ ਦਾ ਪਾਸਪੋਰਟ ਵੀ ਬਣ ਜਾਂਦਾ ਹੈ। ਸੁਸ਼ੀਲ ਕੁਮਾਰ ਟੋਪੀ ਖਿਲਾਫ ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਖ-ਵੱਖ ਥਾਣਿਆਂ ਵਿੱਚ ਵੀ 18 ਕੇਸ ਦਰਜ ਨੇ। ਇਹ ਇਸ ਗੱਲ ਦਾ ਰਿਕਾਰਡ ਅਦਾਲਤਾਂ ਵਿੱਚ ਵੀ ਮਿਲਦਾ ਹੈ। ਇਸ ਦੇ ਬਾਵਜੂਦ ਕਥਿਤ ਦੋਸ਼ੀ ਦਾ ਪਾਸਪੋਰਟ ਪਿਛਲੇ ਸਾਲ ਹੀ ਬਣ ਗਿਆ ਸੀ। ਜੁਲਾਈ 2022 ਵਿੱਚ ਉਸਨੇ ਆਪਣਾ ਪਾਸਪੋਰਟ ਬਣਵਾ ਲਿਆ, ਜੋ ਕਿ ਜਾਂਚ ਦਾ ਵਿਸ਼ਾ ਹੈ। ਇਹ ਪਾਸਪੋਰਟ ਲੁਧਿਆਣਾ ਤੋਂ ਬਣਵਾਇਆ ਗਿਆ, ਜਦਕਿ ਲੁਧਿਆਣਾ ਵਿੱਚ ਇਸ ਵਿਰੁੱਧ ਗੰਭੀਰ ਕੇਸ ਦਰਜ ਨੇ। ਇਸ ਗੱਲ ਦਾ ਵੀ ਸ਼ੱਕ ਪ੍ਰਗਟਾਇਆ ਜਾ ਰਿਹਾ ਕਿ ਇਸਨੇ ਪਾਸਪੋਰਟ ਵੀ ਟੇਢੇ ਢੰਗ ਦੇ ਨਾਲ ਕਿਵੇਂ ਬਣਾਇਆ। ਕਿ ਪਾਸਪੋਰਟ ਅਧਿਕਾਰੀ ਵੀ ਮਿਲੇ ਹੋਏ ਨੇ, ਉਹਨਾਂ ਨੇ ਵੀ ਜੇਬਾਂ ਗਰਮ ਕੀਤੀਆਂ ਨੇ, ਜਾਂ ਫਿਰ ਇਹ ਪਾਸਪੋਰਟ ਬਣਿਆ ਤਾਂ ਬਣਿਆ ਕਿਵੇਂ? ਇਸ ਗੱਲ ਦੀ ਵੀ ਜਾਂਚ ਹੋਣੀ ਚਾਹੀਦੀ ਹੈ। ਦਿੱਲੀ ਪੁਲਿਸ ਨੇ ਛਾਪੇਮਾਰੀ ਦੇ ਦੌਰਾਨ ਇਸ ਨੂੰ ਜਿਹੜਾ ਕਾਬੂ ਕੀਤਾ ਹੈ, ਪਰ ਦੇਰ ਰਾਤ ਤੱਕ ਉਹ ਜਿਹੜੇ ਮੁਲਜ਼ਮ ਨੇ ਰਾਜਨ ਬਾਵਾ ਦੇ ਖਿਲਾਫ ਵੀ ਜਿਹੜਾ ਛਾਪੇਮਾਰੀ ਕੀਤੀ ਗਈ, ਪਰ ਜਦੋਂ ਉਸਦੇ ਘਰ ਦਾ ਦਰਵਾਜ਼ਾ ਖੜਕਾਇਆ ਗਿਆ ਤੇ ਘਰ ਵਿੱਚ ਕੋਈ ਵੀ ਨਹੀਂ ਸੀ। ਇਸ ਗੱਲ ਨੂੰ ਲੈ ਕੇ ਹੁਣ ਬਲਰਾਜ ਸਿੰਘ ਬਤੌਰ ਡਰਾਈਵਰ ਜਿਹੜਾ ਕੰਮ ਕਰਦਾ ਸੀ ਤੇ ਰਾਜਨ ਬਾਵਾ ਉਸਦੇ ਕੋਲ ਮੁਲਾਜ਼ਮ ਦੇ ਤੌਰ ਤੇ ਕੰਮ ਕਰਦਾ ਸੀ, ਉਹਨਾਂ ਨੇ ਹੀ ਠਿੱਬੀ ਲਾ ਦਿੱਤੀ ਹੈ ਸੁਨਿਆਰੇ ਨੂੰ। ਸੁਨਿਆਰਾ ਪੰਜਾਬ ਦਾ, ਦਿੱਲੀ ਵਿੱਚ ਸਾਜ਼ਿਸ਼ ਘੜੀ ਗਈ, ਉੱਥੋਂ ਸੋਨੇ ਦੀਆਂ ਪਲੇਟਾਂ ਲੈ ਕੇ ਵਾਪਸ ਪਰਤ ਰਹੇ ਸੀ ਤੇ ਉਹਨਾਂ ਨੇ ਕਿਹਾ ਕਿ ਸਾਡੇ ਇਸ ਤਰ੍ਹਾਂ ਕਾਰ ਪਿੱਛਾ ਕਰ ਰਹੀ ਹੈ। ਉਹ GST ਅਧਿਕਾਰੀ ਨੇ, ਤਾਂ ਅਧਿਕਾਰੀ ਵੀ ਨਕਲੀ ਨਿਕਲੇ ਔਰ ਲੁੱਟਣ ਵਾਲੇ ਵੀ ਉਸਦੇ ਆਪਣੇ ਹੀ ਜਿਹੜੇ ਭੇਤੀ ਸੀ ਘਰ ਦੇ ਉਹੀ ਨਿਕਲੇ, ਔਰ ਸੁਨਿਆਰਾ ਇਸ ਦੇ ਵਿੱਚ ਬੇਵਸ ਨਜ਼ਰ ਆਇਆ। ਤਾਂ ਹੀ ਉਹ ਪੁਲਿਸ ਤੱਕ ਪੁੱਜਿਆ ਔਰ ਉਸਨੇ ਸ਼ਿਕਾਇਤ ਦਰਜ ਕਰਾਈ ਹੈ। ਇਸ ਤਰ੍ਹਾਂ ਦੇ ਫਿਲਮੀ ਢੰਗ ਦੇ ਨਾਲ ਸੁਨਿਆਰੇ ਨੂੰ ਲੁੱਟਿਆ ਗਿਆ, ਠੱਗੀ ਮਾਰੀ ਗਈ ਹੈ। ਇਸ ਨੂੰ ਲੈ ਕੇ ਹੁਣ ਪੁਲਿਸ ਜਦੋਂ ਰਿਮਾਂਡ ਤੇ ਜਿਸ ਮੁਲਜ਼ਮ ਨੂੰ ਲਿਆ ਗਿਆ, ਹੁਣ ਉਹ ਕੀ ਬੋਲਦਾ ਹੈ, ਕੀ ਰਾਜ ਖੋਲਦਾ ਹੈ, ਕਿਉਂਕਿ ਇਸ ਦੇ ਵਿੱਚ ਕਈ ਤਰ੍ਹਾਂ ਦੇ ਨਾਮ ਸ਼ਾਮਲ ਆ ਰਹੇ ਨੇ। ਸ਼ਿਕਾਇਤਕਰਤਾ ਰਵਿੰਦਰ ਕੁਮਾਰ ਜਿਹੜਾ ਸੁਨਿਆਰਾ ਹੈ, ਉਸਨੇ ਕਾਫੀ ਕੁਝ ਚੀਜ਼ਾਂ ਨੇ ਜਿਹੜੀਆਂ ਸ਼ਿਕਾਇਤ ਵਿੱਚ ਦਰਜ ਕਰਾਈਆਂ ਨੇ। ਉਸ ਦੇ ਵਿੱਚ ਹੁਣ ਤਫਤੀਸ਼ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਕੌਣ-ਕੌਣ ਇਸ ਸਾਜ਼ਿਸ਼ ਵਿੱਚ ਸ਼ਾਮਲ ਸੀ ਤੇ ਕੌਣ-ਕੌਣ ਸ਼ਾਮਲ ਨਹੀਂ ਸੀ, ਕਿਹੜਾ ਨਿਰਦੋਸ਼ ਸੀ ਤੇ ਕਿਹੜਾ ਦੋਸ਼ੀ ਸੀ। ਇਸ ਤਰ੍ਹਾਂ ਵੀ ਠੱਗੀਆਂ ਵੱਜਦੀਆਂ ਨੇ ਔਰ ਬਹੁਤ ਸਾਰੀਆਂ ਵਾਰਦਾਤਾਂ ਅਜਿਹੀਆਂ ਟੇਢੇ ਢੰਗ ਦੇ ਨਾਲ ਕੀਤੀਆਂ ਜਾਂਦੀਆਂ ਨੇ। ਤਾਂ ਕਿਸੇ ਨਾਲ ਠੱਗੀ ਇਸ ਤਰ੍ਹਾਂ ਨਾ ਹੋਵੇ, ਕਿਸੇ ਤੇ ਵੀ ਭਰੋਸਾ ਫਿਰ ਜਦੋਂ ਉੱਠ ਜਾਂਦਾ ਹੈ ਆਪਣੇ ਹੀ ਮੁਲਾਜ਼ਮਾਂ ਦੇ ਉੱਤੇ ਕਈਆਂ ਦਾ, ਚਾਹੇ ਸੁਨਿਆਰੇ ਦੀ ਦੁਕਾਨ ਹੋਵੇ ਜਾਂ ਕੋਈ ਹੋਰ ਵਪਾਰੀ ਹੋਵੇ, ਤਾਂ ਫਿਰ ਉਹ ਆਪਣੇ ਹੀ ਮੁਲਾਜ਼ਮਾਂ ਤੋਂ ਵੀ ਖਫਾ ਨਜ਼ਰ ਆਉਂਦੇ ਨੇ, ਜਾਂ ਫਿਰ ਇਹ ਕਹਿ ਲਈਏ ਸ਼ੱਕ ਦੀ ਨਜ਼ਰ ਨਾਲ ਵੇਖਣਾ ਸ਼ੁਰੂ ਕਰ ਦਿੰਦੇ ਨੇ ਕਿ ਕਿਤੇ ਸਾਡੇ ਆਪਣੇ ਹੀ ਠੱਗੀ ਨਾ ਮਾਰ ਜਾਣ ਜਿਨ੍ਹਾਂ ਨੂੰ ਅਸੀਂ ਕੰਮ ਤੇ ਰੱਖਿਆ ਹੋਇਆ ਹੈ। ਤਾਂ ਇਸ ਤਰ੍ਹਾਂ ਹੀ ਇੱਕ ਲੁਧਿਆਣੇ ਦੇ ਸੁਨਿਆਰੇ ਦੇ ਨਾਲ ਬਣੀ ਹੈ। ਹੁਣ ਦੇਖਦੇ ਹਾਂ ਕਿ ਇਸ ਮਾਮਲੇ ਦੇ ਵਿੱਚ ਜਦੋਂ ਤਫਤੀਸ਼ ਹੋਣੀ ਹੈ, ਤਹਿ ਤੱਕ ਜਾਵੇਗੀ ਤੇ ਕੀ ਕੁਝ ਸਾਹਮਣੇ ਨਿਕਲ ਕੇ ਆਉਂਦਾ ਹੈ। ਫਿਲਹਾਲ ਇਹ ਜਾਣਕਾਰੀ ਸਾਡੇ ਤੱਕ ਪੁੱਜੀ ਸੀ ਜੋ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਹੈ। ਤੁਸੀਂ ਬਣੇ ਰਹੋ ABC ਪੰਜਾਬ ਦੇ ਨਾਲ।